ਵੈਲਕਮ ਟੂ ਮੈਗਨੀਫੀਸੈਂਟ ਲਰਨਿੰਗ। ਅੱਜ ਆਪਾਂ 2016 ਵਿੱਚ ਪੀਐਸ ਟੈਟ ਐਗਜ਼ਾਮ ਹੋਇਆ ਸੀ, ਉਸ ਦਾ ਆਪਾਂ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਦਾ ਜੋ ਵਿਸ਼ਾ ਹੈ 30 ਮਾਰਕਸ 'ਚ ਆਉਂਦਾ ਹੈ। ਉਸ ਦੇ ਆਪਾਂ 2016 ਵਿੱਚ ਪੁੱਛੇ ਗਏ ਪ੍ਰਸ਼ਨ ਨੂੰ ਅੱਜ ਡਿਸਕਸ ਕਰਾਂਗੇ। ਲੈਟਸ ਬਿਗਿਨ। ਵੀਡੀਓ ਦੇ ਵਿੱਚ ਆਪਾਂ 15 ਕੁਐਸਚਨ ਕਰਾਂਗੇ। ਨੈਕਸਟ ਵੀਡੀਓ ਜੋ ਪਾਰਟ 2 ਆਏਗਾ ਉਸ ਦੇ ਵਿੱਚ 16 ਤੋਂ ਲੈ ਕੇ 30 ਤੱਕ ਜਿਹੜੇ ਕੁਐਸਚਨ ਰਹਿ ਜਾਣਗੇ ਉਹਨਾਂ ਨੂੰ ਆਪਾਂ ਕੰਪਲੀਟ ਕਰਾਂਗੇ। फर्स्ट क्वेश्चन है लर्निंग द रूल ऑफ टर्न टेकिंग इन अ कन्वर्जेशन रेफर्स टू मेटालिंग्विस्टिक, सिंटैक्स, वोकैबुलरी एंड मीनिंग, प्रैग्मैटिक्स। तो अपनी ऑप्शन 4 बिल्कुल सही हो जाएगी, प्रैग्मैटिक्स। यानी कि मोड़ के नियम सीखते समय होने वाली गलबात की दर्शाती है, व्यवहारक। अ लीस्ट रिस्ट्रिक्टिव क्लासरूम इन्वायरमेंट इज़ वन इन विच इन्हां विचों किहड़ा सब तो घट पाबंदी वाली जमात का वातावरण है। There is no furniture in order to allow for Piaget exploration and active learning. Children can set their own disciplinary norms and are not restricted by teacher instructions. ਬੱਚੇ ਆਪਣੇ ਅਨੁਸ਼ਾਸਨ ਸੰਬੰਧੀ ਨੇਮ ਆਪ ਹੀ ਬਣਾਉਣ ਅਤੇ ਅਧਿਆਪਕ ਦੇ ਨਿਰਦੇਸ਼ ਨਾਲ ਪਾਬੰਦ ਨਾ ਹੋਣ। Education for children with special needs take place in settings that are so close to normal as possible while facilitating learning। ਖਾਸ ਜ਼ਰੂਰਤਾਂ ਵਾਲੇ ਬੱਚਿਆਂ ਨੂੰ ਪੜ੍ਹਾਈ ਅਜਿਹੀ ਵਿਵਸਥਾ ਵਿੱਚ ਦਿੱਤੀ ਜਾਂਦੀ ਹੈ ਜੋ ਕਿ ਆਮ ਬੱਚਿਆਂ ਵਰਗੀ ਹੁੰਦੀ ਹੈ। ਬਿਲਕੁਲ ਸਹੀ ਹੈ, ਜਿਹਨੂੰ ਆਪਾਂ ਇਨਕਲੂਸਿਵ ਐਜੂਕੇਸ਼ਨ ਵੀ ਕਹਿੰਦੇ ਹਾਂ, ਜਿਸ ਵਿੱਚ ਸਪੈਸ਼ਲ ਨੀਡਸ ਵਾਲੇ ਜਿਹੜੇ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਕੁਝ ਖਾਸ ਜ਼ਰੂਰਤਾਂ ਦੇ ਰਾਹੀਂ ਪੜ੍ਹਾਇਆ ਜਾਂਦਾ ਹੈ, ਉਹਨਾਂ ਦੀ ਖਾਸ ਕੁਝ ਜ਼ਰੂਰਤਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਟੀਚਰ ਨੇ ਫੁੱਲਫਿਲ ਕਰਨਾ ਹੁੰਦਾ ਹੈ, ਉਹ ਵੀ ਆਮ ਬੱਚਿਆਂ ਦੇ ਨਾਲ ਪੜ੍ਹਾਇਆ ਜਾਂਦਾ ਹੈ ਉਹਨਾਂ ਨੂੰ। ठीक है, तो इसमें आप इनकलूसिव एजुकेशन टर्म कहने हैं। कंसैप्ट बहुत ही डीप है तो बहुत ही इंपॉर्टेंट भी है, हर एक टीचिंग एग्जाम लिए एक इंपॉर्टेंट कंसैप्ट है जिसनों क्लीयर करना बहुत ज़्यादा ज़रूरी है। द टर्म ऑथेंटिक असैसमेंट रैफर्स टू एक प्रमाणिक मापन दर्शाता है। एक प्रमाणिक असैसमेंट की हो सकती है, ठीक है, टू प्रोसैस ऑफ असैसिंग स्टूडेंट्स एबिलिटी टू अप्लाई स्किल्स इन रियल लाइफ कॉन्टैक्सट। ਉਹ ਪ੍ਰਕਿਰਿਆ ਜਿਸ ਵਿੱਚ ਵਿਦਿਆਰਥੀਆਂ ਦੀ ਯੋਗਤਾ ਦਾ ਨਿਰੀਖਣ ਉਹਨਾਂ ਦੀ ਆਪਣੀ ਅਸਲੀ ਜ਼ਿੰਦਗੀ ਦੇ ਹਿੱਸਿਆਂ ਵਿੱਚੋਂ ਲੈ ਕੇ ਕੀਤਾ ਜਾਵੇ। ਮਤਲਬ ਕਿ ਬੱਚਿਆਂ ਵਿਦਿਆਰਥੀਆਂ ਦੀ ਜਿਹੜੀ ਯੋਗਤਾ ਹੈਗੀ ਉਸ ਨੂੰ ਉਹਨਾਂ ਦੇ ਅਸਲੀ ਜੀਵਨ 'ਚੋਂ ਲੈ ਕੇ ਕੀਤਾ ਜਾਵੇ, ਜਿਸ ਨੂੰ CCE ਵੀ ਕਹਿੰਦੇ ਆ। CCE ਦੇ ਵਿੱਚ ਕੀ ਸਾਰੀ ਕਰਿਕੂਲਰ ਐਕਟੀਵਿਟੀਜ਼ ਹਰ ਇੱਕ ਬੱਚੇ ਦਾ ਜਿਹੜਾ ਪੱਖ ਹੈਗਾ ਉਹਨੂੰ ਅਸੈਸ ਕੀਤਾ ਜਾਂਦਾ ਹੈ CCE ਦੇ ਵਿੱਚ। Correction of each assignment by 3 teachers so that accurate marks are given to the students। सो ਜ਼ਰੂਰੀ ਨਹੀਂ ਹੈਗੀ ਵੀ 3 ਅਧਿਆਪਕਾਂ ਦੁਆਰਾ ਹੀ ਜਾਂਚਿਆ ਜਾਵੇ, ਕੋਈ ਬੜਾ ਵਧੀਆ ਆਪਸ਼ਨ ਨਹੀਂ ਹੈਗਾ। Assessing in an environment of collaboration between student and teacher ਵਿਦਿਆਰਥੀ ਤੇ ਅਧਿਆਪਕ ਦੇ ਮਿਲ ਜੁਲ ਕੇ ਕੰਮ ਕਰਨ ਦੇ ਵਾਤਾਵਰਣ ਵਿੱਚ ਨਿਰੀਖਣ ਕਰਨਾ। Looking at the performance of student in real life context after finishing schools। ਫਿਨਿਸ਼ਿੰਗ ਸਕੂਲ ਤੋਂ ਬਾਅਦ ਵਿਦਿਆਰਥੀਆਂ ਦੀ ਆਪਣੀ ਜ਼ਿੰਦਗੀ ਦੇ ਕੰਮਾਂ ਦੀ ਕਾਰਗੁਜ਼ਾਰੀ ਦੇਖਣਾ। ਸਕੂਲ ਤੋਂ ਬਾਅਦ ਹੀ ਚੈੱਕ ਨਹੀਂ ਕਰਨਾ ਬਲਕਿ ਸਕੂਲ ਦੇ ਵਿੱਚ ਵੀ ਜੋ ਉਹਨੇ ਕੀਤਾ ਕੋ ਕਰਿਕੂਲਰ ਐਕਟੀਵਿਟੀਜ਼ ਕੀਤੀਆਂ ਉਹਨਾਂ ਨੂੰ ਵੀ ਤਾਂ ਅਸੈਸ ਕਰਨਾ ਜ਼ਰੂਰੀ ਹੈ। ਤਾਂ ਇਸ ਕਰਕੇ ਜਿਹੜੀ ਆਪਸ਼ਨ ਏ ਹੈ ਉਹ ਬਿਲਕੁਲ ਰਾਈਟ ਹੋ ਜਾਏਗੀ। ਨੈਕਸਟ ਹੈ ਮਦਰ ਵਾਜ਼ ਬੋਰਨ 15 ਈਅਰਸ ਮੇਹਰ ਵਾਜ਼ ਬੋਰਨ 15 ਈਅਰਸ ਆਫਟਰ ਹਰ ਪੇਰੈਂਟਸ ਮੈਰਿਜ। मेहर अपने माता पिता के विआह तो 15 साल बाद हुई। हर मदर हैज़ बीन वेरी प्रोटैक्टिव ऑफ हर फ्रॉम द बिगनिंग। सो उसकी जी माँ शुरू तो ही उसनों हर मुसीबत तो बचाने वाली बनती रही। अ रिच बिजनेसमैन हर फादर हैज़ नैवर डिनाइड एनी ऑफ हर डिमांड। सो उसके जोड़े फादर से एक बहुत ही अमीर बिजनेसमैन से जोड़े कि वो हर एक मंग नूं हर एक इच्छा नूं पूरी करते सी, ईवन वैन शी इज़ आस्किंग फॉर थिंग्स दैट आर अनरीजनेबल। कई बार ਇਹੋ ਜਿਹੀ ਚੀਜ਼ਾਂ ਵੀ ਮੰਗ ਲੈਂਦੇ ਸੀ ਜਿਹੜੀਆਂ ਉਹਦੀਆਂ ਲੋੜ ਦੀਆਂ ਹੁੰਦੀਆਂ ਹੀ ਨਹੀਂ ਸੀ। ਹਰ ਪੇਰੈਂਟਸ ਡੂ ਨੋਟ ਸੇ ਨੋ ਟੂ ਹਰ, ਕਦੇ ਵੀ ਉਹਦੇ ਪੇਰੈਂਟਸ ਨੂੰ ਨਾ ਨਹੀਂ ਕਰਦੇ ਸੀ ਕਿਸੇ ਵੀ ਚੀਜ਼ ਤੋਂ। ਵੈਨ ਸ਼ੀ ਪਲੇਜ਼ ਵਿਦ ਦ ਫਰੈਂਡਸ ਸ਼ੀ ਇੰਸਿਸਟ ਔਨ ਮੇਕਿੰਗ ਦ ਰੂਲਸ ਐਂਡ ਆਫਨ ਥਰੋਜ਼ ਟੈਂਟਰਮ ਇਫ ਸ਼ੀ ਲੂਜ਼ਸ ਟੂ ਹਰ ਫਰੈਂਡਸ। ਸੋ ਆਪਣੇ ਫਰੈਂਡਸ ਨੂੰ ਵੀ ਬਹੁਤ ਜ਼ਿਆਦਾ ਗੁੱਸਾ ਕਰਦੀ ਸੀ। ਉਹ ਚਾਹੁੰਦੀ ਸੀ ਵੀ ਸਾਰੇ ਰੂਲਸ ਗੇਮਸ ਦੇ ਵਿੱਚ ਮੇਰੇ ਬਣਾਏ ਹੀ ਹੋਣ, है ना। तो किस तरह का एक पेरेंटिंग स्टाइल है भी जोड़े वो पेरेंट्स ने किस तरह के पे बेसिकली 3 टाइप्स ऑफ पेरेंटिव स्टाइल होंगे ने। एक अथॉरिटेरियन होंगे, अथॉरिटेटिव होंगे तो परमिसिव होंगे। अथॉरिटेरियन दे विच की होंगे मतलब कि बच्चे नूं ज़्यादा भी खुल्ल नहीं दी जाती। जोड़े बच्चे ने वो
ਜਿਹੜੇ ਪੇਰੈਂਟਸ ਨੇ ਆਪਣੇ ਬੱਚੇ ਤੋਂ ਕੁਛ ਨਾ ਕੁਛ ਐਕਸੈਪਟ ਕਰਦੇ ਹੁੰਦੇ ਨੇ। ਪਰਮਿਸਿਵ ਦੇ ਵਿੱਚ ਕੀ ਹੁੰਦਾ, ਬੱਚਿਆਂ ਨੂੰ ਬਿਲਕੁਲ ਖੁੱਲ੍ਹ ਦੇ ਦਿੱਤੀ ਜਾਂਦੀ ਹੈ, ਜੋ ਮਰਜ਼ੀ ਕਰਨ, ਹਰ ਇੱਕ ਇੱਛਾ ਨੂੰ ਪੂਰਾ ਕੀਤਾ ਜਾਂਦਾ ਹੈ। ਲੇਕਿਨ ਜੋ ਅਥੋਰੀਟੇਟਿਵ ਹੁੰਦੀ ਹੈ, ਉਸ ਦੇ ਵਿੱਚ ਬਹੁਤ ਹੀ ਸਖਤ ਅਨੁਸ਼ਾਸਨ ਹੁੰਦਾ ਹੈ ਪੇਰੈਂਟਸ ਦੇ ਦੁਆਰਾ। 3 ਪੇਰੈਂਟਿੰਗ ਸਟਾਈਲ ਨੇ। ਸੋ ਇਸ ਦੇ ਵਿੱਚ ਆਪਣੀ ਆਪਸ਼ਨ 4 ਜਿਹੜੀ ਹੈ ਬਿਲਕੁਲ ਸਹੀ ਹੋ ਜਾਏਗੀ, ਕਿਉਂਕਿ ਕੁੱਲ ਮਿਲ ਜਾਣ ਵਾਲੇ ਮਾਤਾ ਪਿਤਾ, ਕੁੱਲ ਮਿਲ ਜਾਣ ਵਾਲੇ ਮਾਤਾ ਪਿਤਾ ਨੇ ਉਹਦੇ ਇੱਕ ਹਿਸਾਬ ਨਾਲ ਫਰੈਂਡ ਦੀ ਤਰ੍ਹਾਂ ਬਿਹੇਵ ਕਰਦੇ ਨੇ। In a norm reference test, a student's score is interpreted by comparing it. Norm reference test ਕੀ ਹੁੰਦੇ ਨੇ, ਜਿਵੇਂ ਆਪਣੇ ETT ਪੇਪਰ 2 ਹੋਇਆ ਸੀ, ਇੱਕ ਨੋਰਮ ਰੈਫਰੈਂਸ ਟੈਸਟ ਸੀ, ਕਿਉਂਕਿ ਹਰ ਇੱਕ ਸਟੂਡੈਂਟ ਦੇ ਜਿਹੜੇ ਮਾਰਕਸ ਨੇ ਉਹ ਦੂਜਿਆਂ ਦੇ ਨਾਲ ਕੰਪੇਅਰ ਕੀਤੇ ਗਏ। ਠੀਕ ਹੈ, ਜਦੋਂ ਆਪਾਂ ਇੱਕ ਮੈਰਿਟ ਲਿਸਟ ਰੈਡੀ ਹੁੰਦੀ ਹੈ ਨਾ, ਤਾਂ ਉਸ ਨੂੰ ਆਪਾਂ ਨੋਰਮ ਰੈਫਰੈਂਸ ਟੈਸਟ ਕਹਿੰਦੇ ਆ, ਜਿਸ ਦੇ ਵਿੱਚ ਕੀ ਮਾਰਕਸ ਜ਼ਿਆਦਾ ਇੰਪੋਰਟੈਂਟ ਹੁੰਦੇ ਨੇ। ਵਿਦ ਹਿਜ਼ ਐਵਰੇਜ ਸਕੋਰ ਇਨ ਦੀ ਪ੍ਰੀਵੀਅਸ ਈਅਰ, ਕਿਸ ਦੇ ਨਾਲ ਕੰਪੇਅਰ ਕੀਤਾ ਜਾਂਦਾ ਹੈ ਵੀ ਉਹਨੇ ਪ੍ਰੀਵੀਅਸ ਈਅਰ ਦੇ ਵਿੱਚ ਕਿੰਨਾ ਸਕੋਰ ਕੀਤਾ, ਬਿਲਕੁਲ ਗਲਤ ਹੈ। ਵਿਦ ਦ ਪਰਫੋਰਮੈਂਸ ਆਫ ਅਦਰ ਸਟੂਡੈਂਟਸ ਔਨ ਦੀ ਸੇਮ ਟੈਸਟ, ਬਿਲਕੁਲ ਸਹੀ ਆਪਸ਼ਨ ਹੈ ਵੀ ਸੇਮ ਟੈਸਟ, ਜਿਹੜੇ ਵੀ ਸਟੂਡੈਂਟਸ ਨੇ ਉਹ ਸੇਮ ਟੈਸਟ ਦਿੱਤਾ ਹੈ, ਉਸ ਦੇ ਵਿੱਚ ਸਾਰਿਆਂ ਹੀ ਬੱਚਿਆਂ ਦਾ ਜਿਹੜਾ ਹੈਗਾ ਪ੍ਰਾਪਤ ਅੰਕਾਂ ਨੂੰ ਕੰਪੇਅਰ ਕੀਤਾ ਜਾਂਦਾ ਹੈ। ਵਿਦ ਦੀ ਪਰਫੋਰਮੈਂਸ ਆਫ ਅਦਰ ਸਟੂਡੈਂਟਸ ਇਨ ਅ ਡਿਫਰੈਂਟ ਕਲਾਸ, ਨੋ। with a pre-decided criteria then serve as the norm, option B बिल्कुल right। In this stage children are asked to assume responsibility for their behavior and possessions. For the first time they encounter widening of the social world for the first time. The stage in Erikson psycho-social theory is Erikson ਦੀ psycho-social theory ਹੈ, ਜਿਸ ਦੇ ਵਿੱਚ ਉਹਨੇ ਟੋਟਲ 8 ਸਟੇਜਸ ਦਿੱਤੀਆਂ ਨੇ ਬੱਚੇ ਦੇ ਬਾਰੇ ਵਿੱਚ, ਇੱਕ ਹਿਊਮਨ ਬੀਇੰਗ ਦੇ ਬਾਰੇ 'ਚ 8 ਸਟੇਜਸ ਦਿੱਤੀਆਂ ਨੇ। ਇਹ ਵੀ ਬਹੁਤ ਇੰਪੋਰਟੈਂਟ ਥਿਊਰੀ ਹੈਗੀ, ਇਸ ਨੂੰ ਵੀ ਜ਼ਰੂਰ ਇੱਕ ਵਾਰ ਪੜ੍ਹ ਲਿਓ। ਠੀਕ ਹੈ, ਐਰਿਕਸਨ ਦੀ ਸਾਈਕੋ ਸੋਸ਼ਲ ਥਿਊਰੀ। ਤਾਂ ਇਸ ਦੇ ਵਿੱਚ ਕੀ ਸਹੀ ਹੋ ਜਾਏਗਾ, ਜਦੋਂ ਇਸ ਅਵਸਥਾ ਵਿੱਚ ਬੱਚਿਆਂ ਨੂੰ ਇਹ ਕਿਹਾ ਜਾਵੇ ਕਿ ਆਪਣੀਆਂ ਜ਼ਿੰਮੇਵਾਰੀਆਂ ਅਤੇ ਆਪਣੇ ਵਰਤਾਓ ਨੂੰ ਪੂਰਨ ਤੌਰ 'ਤੇ ਗ੍ਰਹਿਣ ਕਰ ਲੈਣ। ਤਾਂ ਹੈਗੀ ਇਨੀਸ਼ੀਏਟਿਵ ਵਰਸਸ ਗਿਲਟ। ਜਾਂ ਤਾਂ ਉਹ ਇਨੀਸ਼ੀਏਟ ਕਰੇਗਾ, ਚੀਜ਼ਾਂ ਨੂੰ ਸਮਝੇਗਾ, ਗੱਲਬਾਤ ਕਰੇਗਾ, ਸਮਾਜੀਕਰਨ ਹੋਏਗਾ, ਜਾਂ ਫਿਰ ਉਹ ਗਿਲਟ ਦੇ ਵਿੱਚ ਆ ਜਾਏਗਾ, ਕਸੂਰਵਾਰ ਦੇ ਵਿੱਚ ਆ ਜਾਏਗਾ। ਇਹਦੇ ਨੈਗੇਟਿਵ ਇੱਕ ਪੋਜ਼ੀਟਿਵ ਐਸਪੈਕਟ ਦਿੱਤਾ ਐਰਿਕਸਨ ਨੇ, ਇੱਕ ਨੈਗੇਟਿਵ ਐਸਪੈਕਟ ਦਿੱਤਾ ਹੋਇਆ ਹੈ। The process of rapid innate learning with a limited critical period of time that produce attachment to the first moving object seen is called as imprinting. This concept was given by, ਇੱਕ ਥਿਊਰੀ ਹੈ ਉਹ ਪ੍ਰਕਿਰਿਆ ਜਿਸ ਵਿੱਚ ਕਿਸੇ ਵਸਤੂ ਦੀ ਇੱਕ ਨਿਸ਼ਚਿਤ ਸਮੇਂ ਵਿੱਚ ਵਾਰ-ਵਾਰ ਆਲੋਚਨਾ ਨੂੰ ਸਹਿਜ ਸੁਭਾਅ ਸਿੱਖਿਆ ਜਾਂਦਾ ਹੈ। ਕੋਈ ਵੀ ਵਸਤੂ ਹੈ, ਇੱਕ ਨਿਸ਼ਚਿਤ ਸਮੇਂ ਦੇ ਵਿੱਚ ਉਹਨੂੰ ਬਾਰ-ਬਾਰ ਉਹਦੀ ਆਲੋਚਨਾ ਕਰਕੇ ਉਹਨੂੰ ਸਿੱਖਿਆ ਜਾਂਦਾ ਹੈ, ਜਿਸ ਨੂੰ ਛਾਪ ਵੀ ਕਿਹਾ ਜਾਂਦਾ ਹੈ। ਤਾਂ ਇਹ ਸੰਕਲਪ ਕਿਸ ਨੇ ਦਿੱਤਾ ਸੀ? ਲੌਰੈਂਸ ਨੇ। ਇਹ ਸੰਕਲਪ ਲੌਰੈਂਸ ਦੁਆਰਾ ਦਿੱਤਾ ਗਿਆ ਸੀ। ਆਪਸ਼ਨ ਏ। Brain had developed coordination earlier than arms, legs. Head is larger relative to the rest of the body are example of which trend of growth? ਇਹ principle of growth and development ਦੇ ਨਾਲ ਰਿਲੇਟਡ ਹੈ। ਠੀਕ ਹੈ, ਸਿਫੈਲੋਕੋਡਲ ਬਿਲਕੁਲ ਇਹਦਾ ਸਹੀ ਆਪਸ਼ਨ ਹੋਏਗਾ, ਕਿਉਂਕਿ ਇਸ ਦੇ ਵਿੱਚ ਕੀ ਹੁੰਦਾ, ਸਭ ਤੋਂ ਪਹਿਲਾਂ ਬੱਚੇ ਦਾ ਹੈਡ ਡਿਵੈਲਪ ਹੁੰਦਾ ਹੈ, ਦੈਨ ਉਸ ਤੋਂ ਬਾਅਦ ਉਹਦੀ ਆਰਮਸ, ਲੈਗਸ ਐਂਡ ਲੋਅਰ ਪਾਰਟ। ਠੀਕ ਹੈ, the tendencies to focus on one aspect of a situation and neglect other important features is known as, ਜਦੋਂ ਆਪਾਂ ਇੱਕ ਹੀ ਸਥਿਤੀ 'ਤੇ ਪੂਰਾ ਧਿਆਨ ਦੇਣ ਦੀ ਪ੍ਰਵਿਰਤੀ ਅਤੇ ਬਾਕੀ ਹੋਰ ਚੀਜ਼ਾਂ ਨੂੰ ਬੇਧਿਆਨ ਕਰਨ ਦੇ ਸੁਭਾਅ ਨੂੰ ਜਾਣਿਆ ਜਾਂਦਾ ਹੈ, ਤਾਂ ਇਸ ਨੂੰ ਕੇਂਦਰੀਕਰਨ ਕਹਿੰਦੇ ਹਨ। ਬ੍ਰੇਨ ਹੈਡ ਡਿਵੈਲਪ ਕੋਆਰਡੀਨੇਸ਼ਨ ਅਰਲੀਅਰ ਦੈਨ ਆਰਮਸ ਐਂਡ ਲੈਗਸ। ਹੈਡ ਇਜ਼ ਲਾਰਜਰ ਰਿਲੇਟਿਵ ਟੂ ਰੈਸਟ ਟੂ ਦੀ ਬੋਡੀ ਆਰ ਐਗਜ਼ਾਮਪਲਸ ਆਫ ਵਿਚ ਟ੍ਰੈਂਡ ਆਫ ਗਰੋਥ। ਇਸ ਦੇ ਵਿੱਚ ਕੀ ਹੁੰਦਾ ਹੈ, ਸਭ ਤੋਂ ਪਹਿਲਾਂ ਬੱਚੇ ਦਾ ਜਿਹੜਾ ਬ੍ਰੇਨ ਹੈ ਉਹ ਡਿਵੈਲਪ ਹੋ ਜਾਂਦਾ ਹੈ, ਹੈਡ ਡਿਵੈਲਪ ਹੋ ਜਾਂਦਾ ਹੈ, ਦੈਨ ਉਸ ਤੋਂ ਬਾਅਦ ਉਸਦੀਆਂ ਆਰਮਸ, ਲੈਗਸ, ਫੁੱਟ ਡਿਵੈਲਪ ਹੋ ਜਾਂਦੇ ਨੇ। ਤਾਂ ਕਿਸ ਤਰ੍ਹਾਂ ਦਾ ਆਰਡਰ ਹੈ? ਇਹ ਹੈ ਸਫੈਲੋਕੋਡਿਅਲ ਟ੍ਰੈਂਡ। The tendency to focus on one aspect of situation and neglect other important features is known as, ਇੱਕ ਹੀ ਸਥਿਤੀ 'ਤੇ ਪੂਰਾ ਧਿਆਨ ਦੇਣ ਦੀ ਪ੍ਰਵਿਰਤੀ ਅਤੇ ਬਾਕੀ ਹੋਰ ਚੀਜ਼ਾਂ ਨੂੰ ਬੇਧਿਆਨ ਕਰਨ ਦੇ ਸੁਭਾਅ ਨੂੰ ਜਾਣਿਆ ਜਾਂਦਾ ਹੈ। ਇਸ ਨੂੰ ਆਪਾਂ ਕੀ ਬੋਲਦੇ ਹਾਂ? ਸੈਂਟਰੇਸ਼ਨ।
ਜਦੋਂ ਆਪਾਂ ਇੱਕੋ ਹੀ ਸਥਿਤੀ ਨੂੰ ਪੂਰਾ ਧਿਆਨ ਦੇਣ ਦੀ ਪ੍ਰਵਿਰਤੀ, ਮਤਲਬ ਕਿ ਇੱਕੋ ਹੀ ਸਥਿਤੀ 'ਤੇ ਪੂਰਾ ਧਿਆਨ ਦਿੰਦੇ ਨੇ ਅਤੇ ਬਾਕੀ ਜਿਹੜੇ ਇੰਪੋਰਟੈਂਟ ਪੱਖ ਨੇ ਉਹਨਾਂ ਨੂੰ ਨੈਗਲੈਕਟ ਕਰ ਦਿੰਦੇ ਆ। A child can think logically about objects and events. This is the characteristics given by Piaget's stage of development. Piaget ने 4 stages ਦਿੱਤੀਆਂ ਨੇ, 4 stages ਦਿੱਤੀਆਂ ਨੇ, ठीक है। एंड ਆਪਾਂ ने दसना भी किस स्टेज ਦੇ ਵਿੱਚ ਬੱਚਾ ਜਿਹੜਾ लॉजिकली सोचना शुरू कर दिंदा है। इस करके अपने को 10th का राइट ऑप्शन हो जाएगा ऑप्शन सी। नेक्स्ट है द सेंट्रल आइडिया इन कंस्ट्रक्टिविस्ट व्यू ऑफ लर्निंग आर, मतलब कि सेंट्रल आइडिया की जो आप कंस्ट्रक्ट कर रहा होंगे बच्चा अपनी नॉलेज को खुद कंस्ट्रक्ट कर रहा होंगे। वन है लर्नर्स आर एक्टिव इन कंस्ट्रक्टिंग देयर ओन नॉलेज, सोशल इंटरेक्शंस आर इंपॉर्टेंट इन नॉलेज कंस्ट्रक्शन प्रोसेस। तो ऑप्शन 1 एंड 2 बिल्कुल सही ने, ऑप्शन बी सही हो जाएगा 1 एंड 2 वाला, क्योंकि अपने ज्ञान बनाने लिए विद्यार्थी बड़े चुस्त होंगे, जो अपना नॉलेज लै रहे होंगे उस समय वो चुस्त होंगे ने। ज्ञान बनाने लिए समाजिक गलबात बड़ी महत्वपूर्ण होंगी है, सोशल इंटरेक्शंस आर इंपॉर्टेंट। When a child is able to sort blocks on the basis of 2 characteristics color and length, जब एक बच्चा रंग ते लंबाई ਨਾਲ 2 विशेषतावां ਦੇ आधार ਤੇ 2 ਬਲੋਕਾਂ ਨੂੰ ਵੱਖ ਕਰਦਾ ਹੈ ਤਾਂ ਉਹ ਇਸ ਦੀ ਯੋਗਤਾ ਕਿਹੜੀ ਹੁੰਦੀ ਹੈ, ਤਾਂ ਉਹ ਇਹਦੀ ਯੋਗਤਾ ਹੋ ਜਾਂਦੀ ਹੈ ਭੇਤ ਕਰਨਾ। ठीक है, ऑप्शन डी बिल्कुल राइट होएगा, डी सेंटरिंग करना यानी कि भेत करना। एंड इंडिविजुअलाइज्ड एजुकेशन प्रोग्राम इज टू, इंडिविजुअलाइज्ड एजुकेशन प्रोग्राम की हुंदा है, मेक टीचर रिस्पॉन्सिबल फॉर स्पैशल एजुकेशन प्रोग्राम रिजल्ट, अध्यापक नूं विशेष सिक्ख्या कार्य के लिए जिम्मेवार बनाना। फैसिलिटेट इंटीग्रेशन ऑफ चिल्ड्रन विद स्पैशल नीड्स इन रेगुलर क्लास, विशेष जरूरतों वाले बच्चों को रोजाना दी जमात में जोड़ना, यह तो इनकलूसिव एजुकेशन हो जाएगा। प्रोवाइड एन अप्रोप्रिएट प्रोग्राम स्पैशली टेलर्ड फॉर ईच चाइल्ड विद स्पैशल नीड, हर बच्चे लिए उसकी जरूरत अनुसार एक सही प्रोग्राम प्रदान करना। ऑप्शन सी बिल्कुल राइट है, क्योंकि इंडिविजुअलाइज्ड एजुकेशन प्रोग्राम ही होंदा जिस दे विच आपां हर एक बच्चे नूं ध्यान दे विच रखदे हां, यानी कि व्यक्तिगत तौर पर हर एक बच्चे की लोड़ां नूं ध्यान दे विच रख के प्रोग्राम नूं तैयार किया जाता है, एजुकेशन नूं बनाया जाता है। अ स्टूडेंट हू कॉन्स्टेंटली forgets, has trouble waiting for a turn and does not pay also attention to class activity is more likely to belong to which of the following categories। एक बच्चा जिहड़ा इकल्लती है अपनी वारी आने तक परेशान करता है, जमात की कार्यशीलता विच भी ध्यान नहीं दिंदा, इस प्रकार के बच्चे नूं आपां ADHD कहते हैं। अटेंशन डेफिसिट हाइपर एक्टिविटी डिसऑर्डर की फुल फॉर्म भी एग्जाम के काफ़ी बार पूछी जा सकती है। ADHD का पूरा नाम की है, अटेंशन डेफिसिट हाइपर एक्टिविटी डिसऑर्डर। इस तरह के जोड़े बच्चे होंगे ने वो ध्यान के उन्होंने कमी होंगी है, ध्यान नहीं लगा पाते एक्टिविटी के, बहुत ही ज़्यादा उन्होंने ध्यान लगाने के कमी आती है, बहुत ज़्यादा हाइपर एक्टिव होंगे ने, एक जगह पर टिके नहीं बैठ सकते। ठीक है, ये ADHD वाले बच्चों की विशेषता होंगी है। विच ऑफ द फॉलोइंग डिस्क्राइब ट्रैकिंग विद इन द क्लासरूम, ग्रुपिंग लो एबिलिटी एंड हाई एबिलिटी स्टूडेंट्स टुगैदर फॉर सोशल डिवेलपमेंट, इन्हां विचों किहड़ा सब तो चंगा जमात विच पिछा करना बारे दसदा है। घट योग्यता वाले ते वध योग्यता वाले बच्चों को समाजिक विकास लिए इकट्ठे करना। डिवेलपिंग एंड असैसिंग इंडिविजुअलाइज्ड एजुकेशन प्रोग्राम फॉर ईच स्टूडेंट, हर एक विद्यार्थी लिए वखरा विद्यक प्रोग्राम विकसित करना। प्रोविजन ऑफ स्पैशल प्रोग्राम फॉर स्टूडेंट ऑफ अ सिंगल क्लास एट डिफरेंट एबिलिटी लैवल्स, ये बिल्कुल सही हो जाए, क्योंकि इक्को जमात विच वक्रियां योग्यतावां रखण वाले बच्चों लिए खास प्रोग्राम बनाना, क्योंकि उस दे विच काफ़ी सारियां योग्यतावां वाले बच्चे होंदे ने। इनकलूसिव एजुकेशन क्लासरूम दे विच, इनकलूसिव क्लासरूम दे विच अलग अलग योग्यतावां वाले बच्चे बैठे होंदे ने, एंड इस करके उन्होंने लिए एक खास प्रोग्राम नूं तैयार करना है। ये सन अपने 15 क्वेश्चनस। ठीक है, नैक्सट 16 तो लैके जोड़े 30 तक क्वेश्चन जो अपन नैक्सट वीडियो के कवर करांगे पार्ट 2 दे विच। अगर वीडियो हैल्पफुल हुई है तो अपने फ्रेंड्स तक भी शेयर कर दो वीडियो नूं, एंड लाइक भी कर दो, ते चैनल नूं सबसक्राइब भी कर दो। थैंक यू सो मच।